ਹੈਲੋ ਫਰੈਂਡਸ, ਕੱਲ੍ਹ ਆਪਾਂ ਪੜ੍ਹਿਆ ਸੀ ਨਾਇਲੋਨ ਕੀ ਹੁੰਦਾ, ਰਿਓਨ ਕੀ ਹੁੰਦਾ। ਕੱਲ੍ਹ ਆਪਾਂ ਸਿੰਥੈਟਿਕ ਫਾਈਬਰਸ ਦੀ ਪ੍ਰੋਪਰਟੀਜ਼ ਬਾਰੇ ਪੜ੍ਹਿਆ ਸੀ ਅਤੇ ਕੱਲ੍ਹ ਆਪਾਂ ਆਪਣਾ ਟੌਪਿਕ ਖਤਮ ਕੀਤਾ ਸੀ ਨਾਇਲੋਨ ਦੇ ਬਾਰੇ, ਠੀਕ ਹੈ, ਅਤੇ ਉਹਦੀ ਪ੍ਰੋਪਰਟੀਜ਼ ਦੇ ਬਾਰੇ। ਅੱਜ ਆਪਾਂ ਐਕਟੀਵਿਟੀ 3.1 ਤੋਂ ਸ਼ੁਰੂ ਕਰਾਂਗੇ ਅਤੇ ਅੱਜ ਆਪਾਂ NCERT ਨੂੰ ਹੀ ਪੜ੍ਹਨਾ, ਠੀਕ ਹੈ। ਅਤੇ ਅੱਜ ਆਪਾਂ ਆਪਣਾ ਕੋਸ਼ਿਸ਼ ਕਰਾਂਗੇ ਇਹ ਚੈਪਟਰ ਨੂੰ ਕੰਪਲੀਟ ਕਰਨ ਦੀ। ਓਕੇ, ਐਕਟੀਵਿਟੀ 3.1 ਟੇਕ ਐਨ ਆਇਰਨ ਸਟਰਿੰਗ ਵਿਦ ਅ ਕਲੈਂਪ, ਟੇਕ ਅ ਕੋਟਨ ਥ੍ਰੈਡ ਆਫ ਅਬਾਊਟ 60 ਸੈਂਟੀਮੀਟਰ ਲੌਂਗ। ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਸਭ ਤੋਂ ਪਹਿਲਾਂ ਆਪਾਂ ਕੀ ਲੈਣਾ, ਇਸ ਤਰ੍ਹਾਂ ਦਾ ਇੱਕ ਆਇਰਨ ਸਟ੍ਰੈਂਡ ਲੈਣਾ ਅਤੇ ਉਹਦੇ ਨਾਲ ਇੱਕ ਆਇਰਨ ਕਲਿੱਪ ਨੂੰ ਲਗਾ ਦੇਣਾ, ਠੀਕ ਹੈ। ਅਤੇ ਉਹਦੇ ਨਾਲ 60 ਸੈਂਟੀਮੀਟਰ ਜਿਹੜਾ ਥ੍ਰੈਡ ਆ ਉਹ ਟਾਈ ਕਰ ਦੇਣਾ, ਇੱਕ ਜਿਹੜਾ ਇੱਕ ਪੁਆਇੰਟ ਤੋਂ ਉਹਨੂੰ ਟਾਈ ਕਰ ਦੇਣਾ। ਕਲਿੱਪ ਦੇ ਜਿਹੜਾ ਦੂਜਾ ਪੁਆਇੰਟ ਹੋਏਗਾ ਉਹ ਫਰੀ ਰੱਖਣਾ ਤੁਸੀਂ ਥ੍ਰੈਡ ਦਾ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ NCERT ਦੇ ਵਿੱਚ ਦੱਸਿਆ ਟਾਈ ਅ ਪੈਨ ਸੋ ਦੈਟ ਵੇਟ ਕੈਨ ਬੀ ਪਲੇਸਡ ਇਨ ਇਟ। ਫਿਰ ਉਹਨਾਂ ਨੇ ਕੀ ਕਿਹਾ ਹੈਗਾ ਕਿ ਜਿਹੜਾ ਫਰੀ ਐਂਡ ਹੋਏਗਾ, ਫਰੀ ਐਂਡ 'ਤੇ ਤੁਸੀਂ ਸਸਪੈਂਡ ਕਰਨਾ ਹੈਗਾ ਇੱਕ ਪੈਨ। ਤੁਸੀਂ ਦੇਖ ਰਹੇ ਹੋ ਕਿ ਇੱਕ ਥ੍ਰੈਡ ਲਿੱਤਾ ਆਪਾਂ, 60 ਸੈਂਟੀਮੀਟਰ ਲੌਂਗ ਥ੍ਰੈਡ ਲਿੱਤਾ, ਉਹਦੇ 1 ਪੁਆਇੰਟ ਤੋਂ ਤਾਂ ਆਪਾਂ ਉਹਨੂੰ ਟਾਈ ਅਪ ਕਰਤਾ, ਕਿਹਦੇ ਨਾਲ ਕਰਤਾ, ਕਲਿੱਪ ਦੇ ਨਾਲ, ਇਸ ਕਲਿੱਪ ਦੇ ਨਾਲ। ਅਤੇ ਜਿਹੜਾ ਸੈਕਿੰਡ ਪਾਰਟ ਸੀ, ਫਰੀ ਪਾਰਟ ਸੀ, ਉਹਦੇ 'ਤੇ ਆਪਾਂ ਇੱਕ ਪੈਨ ਰੱਖਤਾ, ਉਹਦੇ 'ਤੇ ਕੀ ਲਗਾਤਾ ਆਪਾਂ, ਕੀ ਟਾਈ ਕਰਤਾ, ਇੱਕ ਪੈਨ ਟਾਈ ਕਰਤਾ। ਹੁਣ ਆਪਾਂ ਦੇਖਦੇ ਹਾਂ ਕਿ ਇਹ ਪੈਨ ਦੇ ਉੱਤੇ ਕੁਛ ਵੇਟ ਰੱਖਿਆ ਹੋਇਆ, ਫਿਰ ਆਪਾਂ ਹੌਲੀ ਹੌਲੀ ਇਹਦੇ 'ਤੇ ਵੇਟ ਰੱਖਦੇ ਜਾਵਾਂਗੇ, ਇਹਦੇ 'ਤੇ ਭਾਰ ਥੋੜ੍ਹਾ ਹਲਕਾ ਹਲਕਾ ਇਹਦੇ 'ਤੇ ਭਾਰ ਪਾਵਾਂਗੇ, ਵੇਟ ਪਾਵਾਂਗੇ। ਐਡ ਵੇਟ 1 by 1 till the thread breaks। 1 by 1 ਆਪਾਂ ਵੇਟ ਐਡ ਕਰੀ ਜਾਵਾਂਗੇ ਜਿੰਨੀ ਦੇਰ ਤੱਕ ਥ੍ਰੈਡ ਬ੍ਰੇਕ ਨਹੀਂ ਹੋ ਜਾਂਦਾ, ਟੁੱਟ ਨਹੀਂ ਜਾਂਦਾ। ਨੋਟ ਡਾਊਨ ਦਾ ਟੋਟਲ ਵੇਟ ਰਿਕੁਆਇਰਡ ਟੂ ਬ੍ਰੇਕ ਦਾ ਥ੍ਰੈਡ। ਟੋਟਲ ਵੇਟ ਤੁਸੀਂ ਨੋਟ ਕਰਨਾ ਕਿ ਕਿੰਨੇ ਵੇਟ 'ਤੇ ਥ੍ਰੈਡ ਜਿਹੜਾ ਹੈਗਾ ਉਹ ਟੁੱਟਿਆ, ਬ੍ਰੇਕ ਹੋਇਆ। ਦਿਸ ਵੇਟ ਇੰਡੀਕੇਟਸ ਦਾ ਸਟਰੈਂਥ ਆਫ ਦਾ ਫਾਈਬਰ। ਇਹੀ ਜਿਹੜਾ ਵੇਟ ਹੋਏਗਾ ਇਹੀ ਦੱਸੇਗਾ ਕਿ ਕਿੰਨੀ ਸਟਰੈਂਥ ਸੀ ਫਾਈਬਰ, ਕਿੰਨਾ ਸਟਰੋਂਗ ਸੀ। ਰਿਪੀਟ ਦਾ ਸੇਮ ਐਕਟੀਵਿਟੀ ਵਿਦ ਦ ਥ੍ਰੈਡਸ ਆਫ ਵੂਲ। ਇਹੀ ਐਕਟੀਵਿਟੀ ਤੁਸੀਂ ਵੂਲ ਦੇ ਥ੍ਰੈਡ ਨਾਲ ਕਰੋ, ਪੋਲੀਐਸਟਰ ਦੇ ਥ੍ਰੈਡ ਨਾਲ ਕਰੋ, ਸਿਲਕ ਤੇ ਨਾਈਲੋਨ ਦੇ ਥ੍ਰੈਡ ਨਾਲ ਕਰੋ। ਟੇਬੂਲੇਟ ਦਾ ਡਾਟਾ ਐਜ਼ ਸ਼ੋਨ ਇਨ ਦਾ ਟੇਬਲ 3.2। ਅਤੇ ਫਿਰ ਉਹਨੂੰ ਇੱਕ ਟੇਬਲ ਦੀ ਫੋਰਮ 'ਚ ਦੱਸੋ, ਜਿਵੇਂ ਇਹ ਟੇਬਲ ਬਣਿਆ ਹੋਇਆ, ਇਹਦੇ ਵਿੱਚ ਤੁਸੀਂ ਇਹੀ ਐਕਟੀਵਿਟੀ ਕਰਕੇ ਦੇਖਣਾ ਵੀ ਕਿਹੜਾ ਥ੍ਰੈਡ ਕਿੰਨੇ ਵੇਟ 'ਤੇ ਜਾ ਕੇ ਉਹਦੀ ਬ੍ਰੇਕ ਡਾਊਨ ਹੁੰਦੀ ਆ, ਠੀਕ ਹੈ। ਅਤੇ ਤੁਸੀਂ ਉਹਦੇ ਅਕੋਰਡਿੰਗ ਲਿਖ ਦੇਣਾ ਵੀ ਕਾਟਨ ਕਦੋਂ, ਕਾਟਨ ਦੀ ਕਦੋਂ ਬ੍ਰੇਕ ਡਾਊਨ ਹੋਈ, ਵੂਲ ਦੀ ਕਦੋਂ, ਸਿਲਕ ਅਤੇ ਨਾਈਲਨ ਦੀ ਕਦੋਂ, ਠੀਕ ਹੈ। ਉਸ ਤੋਂ ਬਾਅਦ you may use a hook or a nail on a wall for hanging the fibers and a polythene bag at the other end। ਇਹਨਾਂ ਨੇ ਕੀ ਕਿਹਾ ਹੈਗਾ ਕਿ ਤੁਸੀਂ ਹੁੱਕ ਜਾਂ ਨੇਲ ਨੂੰ ਵਾਲ 'ਤੇ ਲਗਾ ਕੇ ਉਹਦੇ ਨਾਲ ਇੱਕ ਫਾਈਬਰ ਲਗਾ ਸਕਦੇ ਹੋ, ਫਾਈਬਰ ਥ੍ਰੈਡ ਲਗਾ ਸਕਦੇ ਹੋ ਕੋਈ, ਐਂਡ ਆ ਪੋਲੀਥੀਨ ਬੈਗ ਐਟ ਦਾ ਅਦਰ ਐਂਡ। ਅਤੇ ਉਹਦੇ ਦੂਜੇ ਐਂਡ 'ਤੇ ਕੀ ਲਗਾ ਸਕਦੇ ਹੋ, ਇੱਕ ਪੋਲੀਥੀਨ ਬੈਗ ਲਗਾ ਸਕਦੇ ਹੋ। ਅਤੇ ਹੌਲੀ ਹੌਲੀ ਉਸ ਪੋਲੀਥੀਨ ਬੈਗ ਦੇ ਵਿੱਚ ਤੁਸੀਂ ਵੇਟ ਪਾਉਂਦੇ ਜਾਣਾ, ਠੀਕ ਹੈ। ਜਾਂ ਕੋਈ ਪੈਬਲਸ, ਪੱਥਰ ਹੋ ਗਏ ਜਾਂ ਮਾਰਬਲਸ ਹੋ ਗਏ, ਉਹ ਐਡ ਕਰਦੇ ਜਾਣਾ ਸਿਮਿਲਰ ਸਾਈਜ਼ ਦੇ, ਅਤੇ ਤੁਸੀਂ ਦੇਖਣਾ ਵੀ ਉਹਦੀ ਕਿੰਨੀ ਕੁ ਸਟਰੈਂਥ ਆ। ਪ੍ਰੀਕੋਸ਼ਨਸ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ, ਨੋਟ ਦੈਟ ਆਲ ਦਾ ਥ੍ਰੈਡ ਸ਼ੁੱਡ ਬੀ ਦਾ ਸੇਮ ਲੈਂਥ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਵੀ ਸਾਰੇ ਜਿਹੜੇ ਥ੍ਰੈਡ ਤੁਸੀਂ ਲਾਓਗੇ ਇਸ ਐਕਟੀਵਿਟੀ ਲਈ, ਠੀਕ ਹੈ, ਉਹ ਸਾਰੇ ਸੇਮ ਲੈਂਥ ਦੇ ਹੋਣੇ ਚਾਹੀਦੇ ਆ, ਠੀਕ ਹੈ। ਅਤੇ ਉਹਨਾਂ ਦੀ ਸੇਮ ਥਿਕਨੈਸ ਹੋਣੀ ਚਾਹੀਦੀ, ਮੀਨਜ਼ ਉਹਨਾਂ ਦੀ ਜਿਹੜੀ ਬ੍ਰੈਡਥ ਆ, ਥਿਕਨੈਸ ਆ, ਉਹ ਵੀ ਸੇਮ ਹੀ ਹੋਣੀ ਚਾਹੀਦੀ ਆ, ਠੀਕ ਹੈ। ਨੈਕਸਟ ਆਪਣਾ ਇਹ ਟੌਪਿਕ ਖਤਮ ਹੋ ਗਿਆ ਨਾਈਲੋਨ ਵਾਲਾ। ਹੁਣ ਆਪਾਂ ਗੱਲ ਕਰਦੇ ਹਾਂ ਪੋਲੀਐਸਟਰ ਅਤੇ ਐਕਰਾਈਲਿਕ ਦੀ। ਪੋਲੀਐਸਟਰ ਇਜ਼ ਅਨਦਰ ਸਿੰਥੈਟਿਕ ਫਾਈਬਰ। ਇਹ ਵੀ ਇੱਕ ਸਿੰਥੈਟਿਕ ਫਾਈਬਰ ਹੈ। ਫੈਬਰਿਕ ਮੇਡ ਫਰੋਮ ਦਿਸ ਫਾਈਬਰ ਡਜ਼ ਨੋਟ ਗੈਟ ਰਿੰਕਲਡ ਈਜ਼ਲੀ। ਇਹਦੇ ਤੋਂ ਜਿਹੜਾ ਕੱਪੜਾ ਬਣਦਾ ਉਹ ਈਜ਼ਲੀ ਉਹਦੇ 'ਤੇ ਰਿੰਕਲਸ ਨਹੀਂ ਪੈਂਦੇ। ਇਟ ਰਿਮੇਨਸ ਕ੍ਰਿਸਪ ਐਂਡ ਈਜ਼ੀ ਟੂ ਵਾਸ਼। ਇਹ ਕ੍ਰਿਸਪ ਰਹਿੰਦਾ, ਠੀਕ ਹੈ, ਅਤੇ ਇਹਨੂੰ ਈਜ਼ੀ ਹੁੰਦਾ ਵਾਸ਼ ਕਰਨਾ। ਸੋ ਇਟ ਇਜ਼ ਕੁਆਇਟ ਸੁਟੇਬਲ ਫੋਰ ਮੇਕਿੰਗ ਡਰੈਸ ਮਟੀਰੀਅਲ। ਇਸ ਕਰਕੇ ਇਹਨੂੰ ਡਰੈਸ ਮਟੀਰੀਅਲ ਬਣਾਉਣ ਲਈ, ਡਰੈਸਿਸ ਬਣਾਉਣ ਲਈ ਯੂਜ਼ ਕੀਤਾ ਜਾਂਦਾ ਜ਼ਿਆਦਾਤਰ। ਯੂ ਮਸਟ ਹੈਵ ਸੀਨ ਪੀਪਲ ਵੇਅਰਿੰਗ ਨਾਈਸ ਪੋਲੀਐਸਟਰ ਸ਼ਰਟਸ ਐਂਡ ਅਦਰ ਡਰੈਸਿਸ। ਤੁਸੀਂ ਦੇਖਿਆ ਹੋਏਗਾ ਵੀ ਕਈ ਇਹੋ ਜਿਹੇ ਲੋਕਾਂ ਨੂੰ ਜਿਹੜੇ ਪੋਲੀਐਸਟਰ ਦੀਆਂ ਸ਼ਰਟਸ ਪਾਉਂਦੇ ਨੇ ਜਾਂ ਕੋਈ ਹੋਰ ਤਰ੍ਹਾਂ ਦੀਆਂ ਡਰੈਸਿਸ ਪਾਉਂਦੇ ਆ। ਟੈਰੀਲਿਨ ਇਜ਼ ਅ ਪੋਪੂਲਰ ਪੋਲੀਐਸਟਰ। ਟੈਰੀਲਿਨ ਵੀ ਇੱਕ ਪੋਪੂਲਰ ਪੋਲੀਐਸਟਰ ਹੈ। It can be drawn into very fine fibers that can be woven like any other yarn। ਟੈਰੀਲਿਨ ਵੀ ਜਿਹੜਾ ਹੁੰਦਾ ਹੈਗਾ, ਇਹਨੂੰ ਬਣਾਉਣ ਲਈ ਕੀ ਹੁੰਦਾ ਹੈਗਾ, ਇਹਨੂੰ ਵੀ ਛੋਟੇ ਛੋਟੇ ਫਾਈਬਰਸ ਚਾਹੀਦੇ ਹੁੰਦੇ ਹੈਗੇ ਇਹਨੂੰ ਬਣਾਉਣ ਲਈ। ਜਿਵੇਂ ਕਿ ਆਪਾਂ ਯਾਰਨ ਬਣਾਉਣ ਦੇ ਲਈ ਫਾਈਬਰਸ ਦੀ, ਜਿਵੇਂ ਆਪਾਂ ਨੂੰ ਯਾਰਨ ਬਣਾਉਣ ਦੀ ਫਾਈਬਰਸ ਦੀ ਜ਼ਰੂਰਤ ਹੁੰਦੀ ਹੈ, ਉਵੇਂ ਇਸ ਨੂੰ ਬਣਾਉਣ ਦੀ ਫਾਈਬਰਸ ਦੀ ਜ਼ਰੂਰਤ ਹੁੰਦੀ ਆ। My mother always buys PET bottles and PET jars for for storing rice and sugar। I wonder what PET is। ਪਹਿਲੀ ਕਹਿ ਰਹੀ ਕਿ ਜਿਹੜੀ ਮੇਰੀ ਮਦਰ ਆ ਹਮੇਸ਼ਾ PET ਦੀਆਂ ਬੋਟਲਸ ਯੂਜ਼ ਕਰਦੀ ਆ, PET ਦੇ ਜਾਰਸ ਯੂਜ਼ ਕਰਦੀ ਆ ਰਾਈਸ ਅਤੇ ਸ਼ੂਗਰ ਨੂੰ ਸਟੋਰ ਕਰਨੀ। ਮੈਂ ਹੈਰਾਨ ਆ ਵੀ ਇਸ ਤਰ੍ਹਾਂ ਕਿਉਂ। PET ਕੀ ਹੈ,
ਉਹ ਕਹਿ ਰਹੀ ਹੈ ਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ PET ਕੀ ਹੈ। PET ਇਜ਼ ਅ ਵੈਰੀ ਫੈਮੀਲੀਅਰ ਫਾਰਮ ਆਫ ਪੋਲੀਐਸਟਰ। PET ਕੀ ਹੈਗੀ ਆ, ਪੋਲੀਐਸਟਰ ਦੀ ਹੀ ਇੱਕ ਤਰ੍ਹਾਂ ਦੀ ਟਾਈਪ ਹੈ। ਇਟ ਇਜ਼ ਯੂਜ਼ਡ ਫॉर ਮੇਕਿੰਗ ਬੋਟਲਸ, ਤੇ ਇਹਨੂੰ ਆਪਾਂ ਯੂਜ਼ ਕਰਦੇ ਹਾਂ ਬੋਟਲਸ ਨੂੰ ਬਣਾਉਣ ਲਈ, ਯੂਟੈਂਸਿਲਸ ਨੂੰ ਬਣਾਉਣ ਲਈ, ਫਿਲਮਸ ਨੂੰ ਬਣਾਉਣ ਲਈ, ਵਾਇਰਸ ਨੂੰ ਬਣਾਉਣ ਲਈ ਐਂਡ ਮੈਨੀ ਅਦਰ ਯੂਜ਼ਫੁਲ ਪ੍ਰੋਡਕਟਸ ਨੂੰ ਬਣਾਉਣ ਲਈ। ਲੁੱਕ ਅਰਾਊਂਡ ਐਂਡ ਮੇਕ ਅ ਲਿਸਟ ਆਫ ਥਿੰਗਸ ਮੇਡ ਅਪ ਆਫ ਪੋਲੀਐਸਟਰ। ਤੁਸੀਂ ਲਿਸਟ ਬਣਾਓ, ਠੀਕ ਹੈ, ਉਹਨਾਂ ਚੀਜ਼ਾਂ ਦੀ ਜਿਹੜੀਆਂ ਪੋਲੀਐਸਟਰ ਤੋਂ ਬਣਦੀਆਂ ਨੇ। ਪੋਲੀਐਸਟਰ ਦਾ ਮਤਲਬ ਕੀ ਹੁੰਦਾ, ਪੋਲੀ ਪਲਸ ਐਸਟਰ is actually made up of the repeating units of a chemical called an ester। ਪੋਲੀਐਸਟਰ ਕਿਹਦੇ ਤੋਂ ਬਣਿਆ ਹੁੰਦਾ, ਛੋਟੇ ਛੋਟੇ ਰਿਪੀਟਿੰਗ ਯੂਨਿਟਸ ਤੋਂ ਬਣੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਐਸਟਰ ਕਹਿੰਦੇ ਹਾਂ। ਜਿਵੇਂ ਮੈਂ ਤੁਹਾਨੂੰ ਇਸ ਡਾਇਗਰਾਮ ਦੇ ਵਿੱਚ ਦਿਖਾਉਂਦੀ ਹਾਂ ਪੋਲੀਐਸਟਰ ਕੀ ਹੁੰਦੇ ਆ, ਛੋਟੀਆਂ ਰਿਪੀਟਿੰਗ ਯੂਨਿਟਸ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਐਸਟਰ ਕਹਿੰਦੇ ਹਾਂ। ਉਹਨਾਂ ਦੇ ਮਿਲਣ ਤੋਂ ਕੀ ਬਣਦਾ ਹੈਗਾ, ਪੋਲੀਐਸਟਰ। ਓਕੇ, ਨੈਕਸਟ ਆਉਂਦਾ ਹੈਗਾ ਆਪਣੇ ਕੋਲੇ ਐਸਟਰਸ ਆਰ ਦਾ ਕੈਮੀਕਲਸ ਵਿਚ ਗਿਵ ਫਰੂਟ ਦੇਅਰ ਸਮੈਲ। ਐਸਟਰਸ ਇਹੋ ਜਿਹੇ ਕੈਮੀਕਲ ਹੁੰਦੇ ਜਿਹੜੇ ਫਰੂਟਸ ਨੂੰ ਉਹਨਾਂ ਦੀ ਸਮੈਲ ਦਿੰਦੇ ਆ। ਜਿਵੇਂ ਆਪਾਂ ਕੋਈ ਵੀ ਫਰੂਟ ਖਾਣਾ ਹੋਵੇ, ਇੱਕ ਕਰੈਕਟਰਿਸਟਿਕ ਉਸ 'ਚੋਂ ਸਮੈਲ ਆਉਂਦੀ ਆ, ਉਹ ਐਸਟਰ ਦੇ ਕਰਕੇ ਹੀ ਆਉਂਦੀ ਹੈ। ਫੈਬਰਿਕਸ ਆਰ ਸੋਲਡ ਬਾਈ ਨੇਮਸ ਲਾਈਕ ਪੋਲੀਕੋਟ, ਪੋਲੀਵੂਲ, ਟੈਰੀਕੋਟ ਐਟਸੈਟਰਾ। ਫੈਬਰਿਕਸ ਪੋਲੀਕੋਟ, ਪੋਲੀਵੂਲ, ਟੈਰੀਕੋਟ ਦੇ ਨਾਂ ਦੇ ਨਾਲ ਵੇਚੇ ਜਾਂਦੇ ਆ ਬਾਜ਼ਾਰ ਦੇ ਵਿੱਚ। ਐਜ਼ ਦਾ ਨੇਮ ਸੁਜੈਸਟ ਥੀਸ ਆਰ ਮੇਡ ਬਾਈ ਮਿਕਸਿੰਗ ਟੂ ਟਾਈਪਸ ਆਫ ਫਾਈਬਰਸ। ਇਹ ਕਿਵੇਂ ਬਣਦੇ ਹੈਗੇ, ਜਦੋਂ ਦੋ ਤਰ੍ਹਾਂ ਦੇ ਫਾਈਬਰਸ ਨੂੰ ਆਪਾਂ ਮਿਕਸ ਕਰ ਦਿੰਦੇ ਹਾਂ। ਪੋਲੀਕੋਟ ਇਜ਼ ਅ ਮਿਕਸਚਰ ਆਫ ਪੋਲੀਐਸਟਰ ਐਂਡ ਕੋਟਨ। ਪੋਲੀਕੋਟ ਕਿਹਦਾ ਮਿਕਸਚਰ ਹੁੰਦਾ ਹੈਗਾ, ਪੋਲੀਐਸਟਰ ਤੇ ਕੋਟਨ ਦਾ। ਪੋਲੀਵੂਲ ਇਜ਼ ਅ ਮਿਕਸਚਰ ਆਫ ਪੋਲੀਐਸਟਰ ਐਂਡ ਵੂਲ। ਪੋਲੀਵੂਲ ਕਿਹਦਾ ਮਿਕਸਚਰ ਹੁੰਦੀ ਆ, ਪੋਲੀਐਸਟਰ ਤੇ ਵੂਲ ਦਾ। ਵੀ ਵੀਅਰ ਸਵੈਟਰਸ ਐਂਡ ਯੂਜ਼ ਸ਼ਾਲਸ ਔਨ ਔਰ ਬਲੈਂਕਟਸ ਇਨ ਦਾ ਵਿੰਟਰ। ਆਪਾਂ ਸਵੈਟਰਸ ਜਾਂ ਸ਼ਾਲਸ ਨੂੰ ਜਾਂ ਬਲੈਂਕਟਸ ਨੂੰ ਯੂਜ਼ ਕਰਦੇ ਹਾਂ ਵਿੰਟਰ ਸਮੇਂ। ਮੈਨੀ ਆਫ ਦੀਜ਼ ਆਰ ਐਕਚੁਅਲੀ ਨੋਟ ਮੇਡ ਫਰੋਮ ਨੈਚੁਰਲ ਵੂਡ। ਇਹ ਜਿਹੜੇ ਹੁੰਦੇ ਹੈਗੇ ਆ, ਇਹ ਨੈਚੁਰਲ ਵੂਲ ਤੋਂ, ਜ਼ਿਆਦਾਤਰ ਇਹਨਾਂ ਦੇ ਵਿੱਚੋਂ ਜਿਹੜੇ ਸ਼ਾਲਸ ਜਾਂ ਸਵੈਟਰਸ ਜਾਂ ਬਲੈਂਕਟਸ ਹੁੰਦੇ ਨੇ, ਇਹ ਨੈਚੁਰਲ ਵੂਲ ਤੋਂ ਨਹੀਂ ਬਣੇ ਹੁੰਦੇ, ਠੀਕ ਹੈ। ਦੋ ਦੇ ਅਪੀਅਰ ਟੂ ਰਿਜ਼ੈਂਬਲ ਵੂਲ, ਭਾਵੇਂ ਇਹ ਵੂਲ ਵਰਗੇ ਦਿਖਾਈ ਦਿੰਦੇ ਆ ਬਟ ਇਹ ਐਕਚੁਅਲੀ ਵੂਲ ਤੋਂ ਜ਼ਿਆਦਾਤਰ ਨਹੀਂ ਬਣੇ ਹੁੰਦੇ। ਦੀਜ਼ ਆਰ ਪ੍ਰੀਪੇਅਰਡ ਫਰੋਮ ਅਨਦਰ ਟਾਈਪ ਆਫ ਸਿੰਥੈਟਿਕ ਫਾਈਬਰ ਕਾਲਡ ਐਕਰਾਈਲਿਕ। ਇਹ ਹੋਰ ਤਰ੍ਹਾਂ ਦੇ ਸਿੰਥੈਟਿਕ ਫਾਈਬਰ ਤੋਂ ਬਣੇ ਹੁੰਦੇ ਨੇ ਜਿਹਨੂੰ ਆਪਾਂ ਐਕਰਾਈਲਿਕ ਕਹਿ ਦਿੰਦੇ ਆ। The wool obtained from natural sources is quite expensive whereas clothes made up from acrylic are relatively cheap। ਜਿਹੜੀ ਵੂਲ ਆਪਾਂ ਨੈਚੁਰਲੀ ਖਰੀਦਦੇ ਹਾਂ, ਨੈਚੁਰਲ ਸੋਰਸਿਸ ਤੋਂ ਲੈਂਦੇ ਹਾਂ, ਉਹ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਆ, ਠੀਕ ਹੈ। ਬਟ ਤੇ ਇਹੋ ਜਿਹੇ ਕਲੋਥਸ ਜਿਹੜੇ ਐਕਰਾਈਲਿਕ ਤੋਂ ਬਣੇ ਹੁੰਦੇ ਹੈਗੇ ਆ, ਉਹ ਬਹੁਤ ਜ਼ਿਆਦਾ ਸਸਤੇ ਹੁੰਦੇ ਆ, ਠੀਕ ਹੈ। ਦੇ ਆਰ ਅਵੇਲੇਬਲ ਇਨ ਅ ਵਰਾਇਟੀ ਆਫ ਕਲਰਸ। ਇਹ ਤੇ ਵਰਾਇਟੀ ਆਫ ਕਲਰਸ ਅਵੇਲੇਬਲ ਹੁੰਦੇ ਆ ਜਿਹੜੇ ਕਲੋਥਸ ਆਪਾਂ ਐਕਰਾਈਲਿਕ ਤੋਂ ਲੈਂਦੇ ਹਾਂ। ਸਿੰਥੈਟਿਕ ਫਾਈਬਰਸ ਆਰ ਮੋਰ ਡਿਊਰੇਬਲ ਐਂਡ ਅਫੋਰਡੇਬਲ। ਇਹ ਬਹੁਤ ਜ਼ਿਆਦਾ ਡਿਊਰੇਬਲ ਤੇ ਅਫੋਰਡੇਬਲ ਹੁੰਦੇ ਆ ਵਿਚ ਮੇਕਸ ਦੈਮ ਮੋਰ ਪੋਪੂਲਰ ਦੈਨ ਨੈਚੁਰਲ ਫਾਈਬਰਸ। ਇਸ ਕਰਕੇ ਇਹਨਾਂ ਨੂੰ ਇਹ ਜ਼ਿਆਦਾ ਯੂਜ਼ ਕਰਦੇ ਆ ਲੋਕੀ ਐਜ਼ ਕੰਪੇਅਰ ਟੂ ਨੈਚੁਰਲ ਫਾਈਬਰਸ ਤੇ ਜ਼ਿਆਦਾ ਪੋਪੂਲਰ ਨੇ। ਯੂ ਹੈਵ ਲਰਨ already performed an activity of burning natural and synthetic fibers। ਤੁਸੀਂ already ਇੱਕ ਐਕਟੀਵਿਟੀ ਪਰਫੋਰਮ ਕਰ ਚੁੱਕੇ ਹੋ ਬਰਨ ਕਰਨ ਦੀ, ਨੈਚੁਰਲ ਫਾਈਬਰਸ ਤੇ ਸਿੰਥੈਟਿਕ ਫਾਈਬਰਸ ਨੂੰ ਬਰਨ ਕਰਨ ਦੀ ਜਿਹੜੀ ਐਕਟੀਵਿਟੀ ਹੈ ਤੁਸੀਂ already 7th ਕਲਾਸ 'ਚ ਕਰ ਚੁੱਕੇ ਹੋ। What did you observe? ਕੀ ਤੁਸੀਂ ਦੇਖਿਆ ਸੀ, when you burn synthetic fibers you find that their behavior is different from that of the natural fibers। ਜਦੋਂ ਤੁਸੀਂ ਇਹਨਾਂ ਨੂੰ ਬਰਨ ਕੀਤਾ ਸੀ ਤੁਸੀਂ ਦੇਖਿਆ ਸੀ ਕਿ ਇਹਨਾਂ ਦਾ ਜਿਹੜਾ ਬਿਹੇਵੀਅਰ ਨੈਚੁਰਲ ਫਾਈਬਰ ਦਾ ਤੇ ਸਿੰਥੈਟਿਕ ਫਾਈਬਰ ਦੇ ਨੂੰ ਜਦੋਂ ਆਪਾਂ ਬਰਨ ਕਰਦੇ ਹਾਂ, ਦੋਵਾਂ ਦਾ ਬਰਨਿੰਗ ਬਿਹੇਵੀਅਰ ਡਿਫਰੈਂਟ ਆ। You must have noticed that synthetic fibers melt on heating। This is actually a disadvantage of synthetic fibers। ਤੁਸੀਂ ਦੇਖਿਆ ਹੈਗਾ ਕਿ ਜਿਹੜੇ ਸਿੰਥੈਟਿਕ ਫਾਈਬਰਸ ਆ ਉਹ ਉਹਨਾਂ ਨੂੰ ਜਦੋਂ ਆਪਾਂ ਹੀਟ ਕਰਦੇ ਹਾਂ ਮੈਲਟ ਹੁੰਦੇ ਆ, ਠੀਕ ਹੈ। ਇਹੀ ਇੱਕ ਵੱਡੀ ਡਿਸਐਡਵਾਂਟੇਜ ਹੈਗੀ ਹੈ ਸਿੰਥੈਟਿਕ ਫਾਈਬਰਸ ਦੀ। ਇਫ ਦਾ ਕਲੋਥਸ ਕੈਚ ਫਾਇਰ ਇਟ ਕੈਨ ਡਿਜ਼ਾਸਟਰਸ। ਜੇ ਇਹ ਸਿੰਥੈਟਿਕ ਫਾਈਬਰ ਦਾ ਕੱਪੜੇ ਨੂੰ ਅੱਗ ਲੱਗ ਜਾਂਦੀ ਹੈ ਤੇ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੋ ਸਕਦੀ ਆ। the fabric melt and stick to the body of the person wearing it। ਇਹ ਜਿਹੜੀ ਫੈਬਰਿਕ ਹੈ ਮੈਲਟ ਹੋ ਜਾਏਗੀ ਤੇ ਬੋਡੀ ਤੇ ਲੱਗ ਜਾਏਗੀ, ਪਰਸਨ ਦੀ ਚਿਪਕ ਜਾਵੇਗੀ ਬੋਡੀ ਦੇ ਨਾਲ, ਜਿਹੜੇ ਪਰਸਨ ਨੇ ਇਹ ਸਿੰਥੈਟਿਕ ਕਲੋਥ ਨੂੰ ਪਾਇਆ ਹੋਏਗਾ। we should therefore not wear synthetic cloth while working in the kitchen or in laboratory। ਇਸ ਕਰਕੇ ਲੈਬ ਦੇ ਵਿੱਚ ਕੰਮ ਕਰਨ ਸਮੇਂ ਜਾਂ ਕਿਚਨ ਦੇ ਵਿੱਚ ਕੰਮ ਕਰਦੇ ਸਮੇਂ ਸਾਨੂੰ ਸਿੰਥੈਟਿਕ ਕੱਪੜੇ ਨਹੀਂ ਪਾਉਣੇ ਚਾਹੀਦੇ, ਕਿਉਂਕਿ ਜੇ ਬਾਈ ਚਾਂਸ ਅੱਗ ਲੱਗ ਜੇ ਤਾਂ ਉਹ ਮੈਲਟ ਹੋ ਜਾਣਗੇ ਤੇ ਆਪਣੀ ਬੋਡੀ ਦੇ ਸਰਫੇਸ ਦੇ ਨਾਲ ਹੀ ਚਿਪਕ ਜਾਣਗੇ ਤੇ ਉਹਨਾਂ ਨੂੰ ਬੋਡੀ ਦੇ ਸਰਫੇਸ ਤੋਂ ਲਾਉਣਾ ਬਹੁਤ ਔਖਾ ਹੋ ਜਾਏਗਾ। ਇਸ ਕਰਕੇ ਆਪਾਂ ਨੂੰ ਨਹੀਂ ਪਾਉਣੇ ਚਾਹੀਦੇ ਕੁਕਿੰਗ ਦੇ ਟਾਈਮ ਜਾਂ ਲੈਬੋਰੇਟਰੀ 'ਚ ਕੰਮ ਕਰਦੇ ਹੋਏ।
पहेली कहती है, ओ नाउ आई अंडरस्टैंड वाई माई मदर नैवर वियर्स पॉलीएस्टर क्लोथ्स वाइल वर्किंग इन द किचन। ये पहेली कह रही है कि मैनू हुण पता चलिया कि मेरी मदर क्यों नहीं पाते पॉलीएस्टर के कपड़े किचन च काम करते समय। ऑल द सिंथेटिक फाइबर्स आर प्रिपेयर्ड बाय अ नंबर ऑफ प्रोसैसिज यूजिंग रॉ मटीरियल ऑफ पैट्रोलीਅਮ ओरिजिन कॉल्ड पैट्रोकैमिकल्स। जिन्ने भी सिंथेटिक फाइबर्स होंदे ने वो सारे किवें बनदे ने, वो पैट्रोलीਅम तो ही बनदे ने, इस करके इन्हां कैमिकल्स नूं आपां पैट्रोकैमिकल्स भी कह दिंदे आ। ओके, नैक्सट अपने कोल करैक्टरिस्टिक्स ऑफ सिंथेटिक फाइबर्स। किहड़ियां करैक्टरिस्टिक्स ने सिंथेटिक फाइबर्स दियां? इमैजिन दैट इट इज़ अ रेनी डे। इमैजिन करो कि मीह वाला दिन है। वट काइंड ऑफ अंबरेला वुड यू यूज़ एंड वाई? किस तरह का अंबरेला यूज़ करोगे तो क्यों? सिंथेटिक फाइबर पोजैसिज यूनीक करैक्टरिस्टिक विच मेक दैम पॉपूलर ड्रैस मटीरियल। सिंथेटिक फाइबर्स की जी यूनीक करैक्टरिस्टिक्स के कारण ही आप बहुत सारे पॉपूलर सोहनिया सोहनिया ड्रैसिज बनाने आंदियां। दे ड्राई अप क्विकली, ये जल्दी सुक जाते हैं। ये ड्यूरेबल होंगे, लैस एक्सपेंसिव होंगे, ज़्यादा महंगे नहीं होंगे, रेडली अवेलेबल एंड ईजी टू मेनटेन। तो इन्होंने मेनटेन करना भी कोई औखा नहीं होंगे, सांभना। ठीक है, परफॉर्म द एक्टिविटी एंड लर्न फॉर योर सैल्फ। एक एक्टिविटी परफॉर्म करो तो उहदे तो सीखो। एक्टिविटी 3.2 टेक 2 क्लोथ पीसिस ऑफ द सेम साइज। 2 क्लोथ पीस लो सेम साइज के, रफली हाफ अ मीटर स्क्वेयर ईच। ठीक है, हाफ मीटर के होने चाहिए नियरली। वन ऑफ दीज शुड बी फ्रॉम नैचुरल फाइबर। ये कितों होने चाहिए? नैचुरल फाइबर तो होने चाहिए। द अदर कुड बी आ सिंथेटिक फाइबर, तो दूजा किहड़ा होना चाहिए? सिंथेटिक फाइबर होना चाहिए। यू एक तो उन्होंने की किया भी 2 क्लोथ के पीस लो जिहड़े कि एक सेम साइज़ के होने चाहिए। ठीक है, एक नैचुरल होवे पीस, एक सिंथेटिक होवे। यू कैन टेक हैल्प ऑफ योर पेरेंट्स इन सिलैक्टिंग दीज पीसिस। कहते तुसीं आपदे पेरेंट्स की हैल्प लै सकते हो इन्हां पीसिस नूं सिलैक्ट करते समय। सोक द पीसिस इन डिफरेंट मग्स ईच कंटेनिंग द सेम अमाउंट ऑफ वाटर। टेक द पीसिस आउट ऑफ द कंटेनर आफ्टर 5 मिनट्स एंड स्प्रैड दैम इन द सन फॉर अ फ्यू मिनट्स। इन्होंने की क्या हैगा कि ਜਿਹੜੇ ਪੀਸਿਸ ਹੈਗੇ ਆ ਉਹਨਾਂ ਨੂੰ ਸੇਮ ਅਮਾਊਂਟ ਆਫ ਪਾਣੀ ਦੇ ਵਿੱਚ ਡੁਬੋ ਦਿਓ। ਫਿਰ ਉਸ ਤੋਂ ਬਾਅਦ 'ਚੋਂ 5 ਮਿੰਟਾਂ ਦੇ ਬਾਅਦ ਇਹਨਾਂ ਦੋਵਾਂ ਪੀਸਿਸ ਜਿਹੜੇ ਸੀਗੇ ਕਲੋਥਸ ਦੇ ਪੀਸਿਸ ਸੀ ਇਹਨਾਂ ਨੂੰ ਬਾਹਰ ਕੱਢ ਲਓ ਅਤੇ ਇਹਨਾਂ ਨੂੰ ਧੁੱਪ 'ਚ ਪਾ ਦਿਓ ਕੁਝ ਮਿੰਟਾਂ ਲਈ। ਕੰਪੇਅਰ ਦਾ ਵੋਲੀਅਮ ਆਫ ਦਾ ਵਾਟਰ ਰਿਮੇਨਿੰਗ ਇਨ ਦਾ ਈਚ ਕੰਟੇਨਰ। ਅਤੇ ਦੇਖੋ ਕਿ ਜਿਹੜੇ ਕੰਟੇਨਰ 'ਚ ਤੁਸੀਂ ਇਹਨਾਂ ਕੱਪੜਿਆਂ ਨੂੰ ਭਿਓਇਆ ਸੀ ਜਾਂ ਇਹਨਾਂ ਨੂੰ ਪਾਇਆ ਸੀ ਕਿ ਉਸ ਕੰਟੇਨਰ ਦੇ ਵਿੱਚ ਹੁਣ ਪਾਣੀ ਦੀ ਅਮਾਊਂਟ ਕਿੰਨੀ ਰਹਿ ਗਈ ਹੈ। ठीक है, ऑबवियस जी गल है कि जोड़े सिंथेटिक फाइबर आ पानी नहीं इन्ना अबजॉर्ब करते, इस करके वो कंटेनर जिहदे च सिंथेटिक फाइबर पाया होया सी उस कंटेनर च ज़्यादा अमाउंट होएगी पानी की। तो जिहड़े कंटेनर दे विच आपां सिंथेटिक की थां ते नैचुरल फाइबर वाला क्लोथ पाया होया सी उन्हें ज़्यादा अबजॉर्ब किया होएगा पानी, तो उस कंटेनर दे विच पानी की अमाउंट घट होएगी। डू सिंथेटिक फाइबर सोक लैस और मोर वाटर दैन द नैचुरल फैब्रिक्स। हुण तुसीं दसना कि सिंथेटिक फाइबर्स ने ज़्यादा पानी अबजॉर्ब किया नैचुरल फाइबर्स के नालों। डू दे टेक लैस और मोर टाइम टू ड्राई, कि इन्होंने कितना ज़्यादा टाइम दिता कि घट टाइम दिता ड्राई सुकन दे विच, ड्राई होने दे विच। वट डज दिस एक्टिविटी टैल अबाउट द करैक्टरिस्टिक ऑफ द सिंथेटिक फैब्रिक्स। ये तुसीं दसना। फाइंड आउट from your parents about the durability, cost and maintenance of these fabrics compared with the natural fabrics। ਹੁਣ ਤੁਸੀਂ ਆਪਣੀ ਪੇਰੈਂਟਸ ਦੀ ਹੈਲਪ ਲੈ ਸਕਦੇ ਹੋ ਇਹਦੇ 'ਚ ਤੇ ਤੁਸੀਂ ਦੇਖਣਾ ਕਿ ਕਿੰਨੇ ਕੁ ਮਹਿੰਗੇ ਹੁੰਦੇ ਨੇ ਸਿੰਥੈਟਿਕ ਤੇ ਨੈਚੁਰਲ ਨੂੰ ਕੰਪੈਰੀਜ਼ਨ ਕਰਨਾ ਵੀ ਨੈਚੁਰਲ ਫਾਈਬਰ ਤੇ ਜਿਹੜੇ ਸਿੰਥੈਟਿਕ ਫਾਈਬਰਸ 'ਚ ਇਹਨਾਂ 'ਚੋਂ ਕਿਹੜਾ ਜ਼ਿਆਦਾ ਡਿਊਰੇਬਲ ਆ, ਕਿਹੜਾ ਜ਼ਿਆਦਾ ਮਹਿੰਗਾ ਤੇ ਕਿਹਨੂੰ ਮੇਨਟੇਨ ਕਰਨਾ ਜ਼ਿਆਦਾ ਔਖਾ ਹੁੰਦਾ ਨੈਚੁਰਲ ਵਾਲਿਆਂ ਨੂੰ ਕਿ ਸਿੰਥੈਟਿਕ ਵਾਲਿਆਂ ਨੂੰ। ਠੀਕ ਹੈ, ਤਾਂ ਅੱਜ ਲਈ ਇੰਨਾ ਹੀ। ਥੈਂਕ ਯੂ।